Hello, students. Hopefully, you all are good and healthy here. It's your English class, and I warmly welcome you all here. Students, we are going to start a new chapter, a new topic. But before starting it, let's have a look on this picture on your screens. Students, what are your views about this picture? ਕੀ ਨੋਟ ਕਰ ਰਹੇ ਹੋ ਤੁਸੀਂ? I can notice the land, the sunset, but mainly there is land, a great piece of land. जिधर देखो बस मिट्टी और एक लैंड का टुकड़ा. हाँ जी बेटा. And now I can notice a person running over this land. स्टूडेंट्स देखो तुसी भी शायद नोटिस कर रहे होवोगे कि ये पर्सन दौड़ क्यों रहा है. तो ਅੱਜ ਆਪਣੀ ਜੋ ਸਟੋਰੀ ਹੈ, ਅੱਜ ਜੋ ਆਪਣਾ ਚੈਪਟਰ ਹੈ ਨਿਊ, ਉਹ ਇਸੇ ਤਰ੍ਹਾਂ ਦੀ ਹੀ ਇੱਕ ਸਟੋਰੀ ਹੈ ਜਿਸ ਦੇ ਵਿੱਚ ਇੱਕ ਪਰਸਨ ਲੈਂਡ ਦੇ ਉੱਪਰ ਦੌੜਦਾ ਹੈ ਡਿਊ ਟੂ ਸਮ. तो लेट्स बिगिन अ स्टोरी. देखते हैं कारण की ने क्यों ਉਹ ਇਸ ਤਰ੍ਹਾਂ ਦੌੜ ਰਿਹਾ ਹੈ ਲੈਂਡ ਦੇ ਉੱਪਰ. ਪੂਰੀ ਸਟੋਰੀ ਜਾਣਦੇ ਹਾਂ. तो today's story is How Much Land Does a Man Need by Leo Tolstoy, जो कि बहुत ग्रेट स्टोरी राइटर, पोएट एंड बहुत ग्रेट एक राइटर होए ने. हाँ जी, एक रशियन राइटर ने, यानी कि रशिया ਨੂੰ ਬਿਲੋਂਗ ਕਰਦੇ ਨੇ और considered as one of the greatest authors of all time. यानी कि ਇੱਕ ਟਾਈਮ ਦੇ ਨਹੀਂ ਬਲਕਿ ਹਰ ਟਾਈਮ ਇਹਨਾਂ ਨੂੰ ਐਵਰਗ੍ਰੀਨ ਰਾਈਟਰ ਜਿਨ੍ਹਾਂ ਨੂੰ ਕਹਿ ਦਈਏ, ਰਾਈਟਰ ਫॉर द ऑल टाइम. ਠੀਕ ਹੈ ਜੀ. ਹਾਂਜੀ, ਅੱਗੇ ਗੱਲ ਕਰੀਏ ਇਹਨਾਂ ਦੀ ਜੋ ਆਪਣੀ ਪ੍ਰੈਜ਼ੈਂਟ ਰਾਈਟਿੰਗ ਹੈ, ਜੋ ਸਟੋਰੀ ਹੈ ਹਾਊ ਮਚ ਲੈਂਡ ਡਜ਼ ਅ ਮੈਨ ਨੀਡ, ਤੇ ਇਸ ਸਟੋਰੀ ਬਾਰੇ ਤਾਂ ਇਹ ਰੀਅਲਿਸਟਿਕ ਪੋਰਟਰਾਇਲ ਆਫ ਲਾਈਫ ਇਜ਼ ਸੀਨ. ਤਾਂ ਉਹ ਜ਼ਿਆਦਾਤਰ ਰੀਅਲਿਸਟਿਕ ਯਾਨੀ ਕਿ ਰਿਐਲਿਟੀ ਦੇ ਉੱਪਰ ਲਿਖਦੇ ਨੇ, ਰੀਅਲ ਜੋ ਗੱਲਾਂ ਨੇ ਉਹਨਾਂ ਦੇ ਉੱਪਰ ਲਿਖਦੇ ਨੇ. ਤੇ ਇਹ ਵੀ ਇੱਕ ਕੀ ਹੈ, ਰੀਅਲਿਸਟਿਕ ਪੋਰਟਰਾਇਲ ਹੈ ਜੋ ਵੀ ਉਹਨਾਂ ਨੇ ਲਾਈਫ ਦੇ ਵਿੱਚ ਦੇਖਿਆ. ਉਹ ਮੋਰਲ ਵੈਲਿਊਜ਼ ਦੇ ਉੱਪਰ ਬੇਸਡ ਹੋ ਸਕਦਾ ਹੈ, ਉਹ ਕੁਝ ਵੀ ਹੋ ਸਕਦਾ ਹੈ ਜੋ ਰਿਐਲਿਟੀ ਦੇ ਵਿੱਚ ਵੈਲਿਊ ਰੱਖਦਾ ਹੈ. ਠੀਕ ਹੈ ਜੀ. ਔਰ ਆਪਣੀ ਇਹ ਪ੍ਰੈਜ਼ੈਂਟ ਸਟੋਰੀ ਰਾਈਟ ਕੀਤੀ ਗਈ ਐਂਡ ਪਬਲਿਸ਼ ਹੋਈ 1886 ਵਿੱਚ. ਠੀਕ ਹੈ ਜੀ. तो this is a brief introduction about writer and the story, and now let's begin a story. How much land does a man need? तो ਸਟੋਰੀ ਦੀ ਗੱਲ ਕਰੀਏ, ਆਪਣੇ ਕੋਲੇ ਸਟੋਰੀ ਦੇ ਵਿੱਚ ਕੁਝ ਖਾਸ ਨਹੀਂ, ਬਸ ਕੈਰੈਕਟਰਸ ਨੇ ਜਿਨ੍ਹਾਂ ਦੇ ਅਰਾਊਂਡ ਸਟੋਰੀ ਘੁੰਮਦੀ ਹੈ. ਐਂਡ देयर इज द ਮੇਨ ਕੈਰੈਕਟਰ ਪਾਹੋਮ. ਠੀਕ ਹੈ ਜੀ. ਪਾਹੋਮ ਕੀ ਹੈ? ਮੇਨ ਕੈਰੈਕਟਰ ਹੈ ਇਸ ਸਟੋਰੀ ਦਾ, ਜਿਸ ਦੇ ਅਰਾਊਂਡ ਸਾਰੀ ਸਟੋਰੀ ਮੂਵ ਕਰਦੀ ਹੈ. ਉਸ ਦਾ ਹੀ ਸਟਰਗਲ, ਉਸ ਦੀ ਹੀ ਪ੍ਰਾਈਡ ਸਾਰੀ ਸਾਹਮਣੇ ਆਈ ਹੈ. ਠੀਕ ਹੈ ਜੀ ਇਸ ਦੇ ਵਿੱਚ. ਔਰ ਉਸਦੀ ਸਟੋਰੀ ਸਟਾਰਟ ਕਿੱਥੋਂ ਹੁੰਦੀ ਹੈ? ਉਸਦੀ ਵਾਈਫ ਐਂਡ ਉਸਦੀ ਸਿਸਟਰ ਇਨ ਲॉ ਤੋਂ. ਯਾਨੀ ਕਿ ਉਸਦੀ ਵਾਈਫ ਜੋ ਹੈ, ਪਰਹੋਮਸ ਵਾਈਫ ਹੈ ਜੋ, ਉਸਦੀ ਇੱਕ ਐਲਡਰ ਸਿਸਟਰ ਹੈ ਜੋ ਕਿ ਮੈਰਿਡ ਹੁੰਦੀ ਹੈ ਇੱਕ ਮਰਚੈਂਟ ਨੂੰ, ਯਾਨੀ ਕਿ ਬਹੁਤ ਬੜੇ ਵਪਾਰੀ. ਠੀਕ ਹੈ ਜੀ. ਤੋ ਇਹ ਕੀ ਨੇ, ਇਹਨਾਂ ਦੋਨਾਂ ਦੀ ਹੀ ਅੱਗੇ ਕਨਵਰਸੇਸ਼ਨ ਚੱਲਦੀ ਹੈ. ਇਹ ਵਿਜ਼ਿਟ ਕਰਦੀ ਹੈ ਪਾਹੋਮ ਦੇ ਘਰ ਵਿਲੇਜ ਦੇ ਵਿੱਚ, ਜੋ ਕਿ ਵਿਲੇਜ ਦੇ ਵਿੱਚ ਰਹਿੰਦੇ ਨੇ. ਔਰ ਇਹਨਾਂ ਦੋਨਾਂ ਦੀ ਹੀ ਜੋ ਕਨਵਰਸੇਸ਼ਨ ਹੈ ਇਹ ਕਾਰਨ ਬਣਦੀ ਹੈ ਪਾਹੋਮ ਦੇ ਸਾਰੇ ਸਟਰਗਲ ਔਰ ਉਹਦੀ ਪੂਰੀ ਸਟੋਰੀ, ਔਰ ਇਸ ਪੂਰੀ ਸਟੋਰੀ ਨੂੰ ਰਿਵੀਲ ਕਰਨ ਦੇ ਵਿੱਚ. ਠੀਕ ਹੈ ਜੀ. ਚਲੋ ਅੱਗੇ ਦੇਖਦੇ ਹਾਂ ਕਿ ਆਪਣੀ ਸਟੋਰੀ ਦੇ ਵਿੱਚ ਕੀ ਹੁੰਦਾ ਹੈ. ਤੋ ਜਿੱਦਾਂ ਕਿ ਮੈਂ ਦੱਸਿਆ ਸੀ, ਸਟੋਰੀ ਸਟਾਰਟ ਹੁੰਦੀ ਹੈ ਸਿਸਟਰਸ ਦੀ ਕਨਵਰਸੇਸ਼ਨ ਤੋਂ. तो कन्वर्सेशन की है देखते हैं. We live very comfortably in the town. We children are also well dressed. In the town, we have lots of good things to eat and drink. I would not change my way of life at any cost. We may live roughly, but at least we are from anxiety.
You live in better style than we do, but though you often earn more than you need, you are very likely to lose all you have. You know the proverb, loss and gain are brothers to Wayne. Our way is safer. We shall never grow rich, but we shall always have enough to eat. ਸੋ ਇਹ ਆਪਣੀ ਕਨਵਰਸੇਸ਼ਨ ਸੀ ਜੋ ਦੋਨੋਂ ਸਿਸਟਰਸ ਆਪਸ ਦੇ ਵਿੱਚ ਕਰਦੀਆਂ ਨੇ, ਯਾਨੀ ਕਿ ਸਿੰਪਲ ਕਨਵਰਸੇਸ਼ਨ ਕਿ ਇੱਕ ਲੇਡੀ ਹੈ ਜੋ ਉਹ ਵਿਲੇਜ ਲਾਈਫ ਨੂੰ ਬਿਲੋਂਗ ਕਰਦੀ ਹੈ, ਇੱਕ ਸਿਟੀ ਲਾਈਫ ਨੂੰ, ਔਰ ਦੋਨੋਂ ਇੱਕ ਦੂਜੇ ਨੂੰ ਬੈਟਰ ਦੱਸਣ ਲੱਗੀਆਂ ਹੋਈਆਂ ਨੇ। ਔਰ ਕਿਤੇ ਨਾ ਕਿਤੇ ਜੋ ਵਿਲੇਜ ਵਾਲੀ ਹੈ ਉਹ ਆਪਣੇ ਆਪ ਨੂੰ ਡਾਊਨ ਫੀਲ ਨਹੀਂ ਕਰਾਉਣਾ ਚਾਹੁੰਦੀ, ਤੇ ਉਧਰ ਪਾਹੋਮ ਬੈਠਾ ਹਰ ਚੀਜ਼ ਸੁਣ ਰਿਹਾ ਹੈ ਤੇ ਉਹ ਅੱਗੇ ਗਰਜ ਕਰਦਾ, ਆਪਣੇ ਆਪ ਨਾਲ ਹੀ ਗੱਲ ਕਰਦਾ ਹੈ ਕਿ ਕਿਤੇ ਨਾ ਕਿਤੇ ਜੋ ਸਿਟੀ ਵਾਲੀ ਉਸਦੀ ਸਿਸਟਰ ਇਨ ਲੋ ਹੈ ਉਹ ਸਹੀ ਹੈ, ਔਰ ਉਹ ਆਪਣੇ ਮਾਈਂਡ ਦੇ ਵਿੱਚ ਸੋਚਦਾ ਹੈ। ਕੀ ਸੋਚਦਾ ਹੈ ਦੇਖੀਏ। It is perfectly true. Busy as we are from childhood, telling Mother Earth, we peasants have no time to let any nonsense settle in our heads. Our only trouble is that we haven't land enough. If I had plenty of land, I shouldn't fear the devil himself. ਸੋ ਪਾਹੋਮ ਵੀ ਆਪਣੀ ਸਿਸਟਰ ਇਨ ਲਾ ਦੀਆਂ ਗੱਲਾਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਹੋਇਆ ਇਹੀ ਸੋਚਦਾ ਕਿ ਹਾਂ ਅਸੀਂ ਵੀ ਲਾਈਫ ਸਟਾਈਲ ਆਪਣਾ ਬੈਟਰ ਕਰ ਸਕਦੇ ਹਾਂ, ਹੋਰ ਵੀ ਜ਼ਿਆਦਾ ਅੱਛਾ ਲਾਈਫ ਸਟਾਈਲ ਹੋ ਸਕਦਾ ਸੀ ਸਾਡਾ ਵਿਲੇਜ ਦੇ ਵਿੱਚ ਵੀ। ਕਾਰਨ ਸਿਰਫ ਇਹੀ ਹੈ ਕਿ ਸਾਡੇ ਕੋਲ ਇਨਫ ਲੈਂਡ ਨਹੀਂ ਹੈ। ਅਗਰ ਇਨਫ ਲੈਂਡ ਹੋਵੇ ਤਾਂ ਮੈਂ ਵੀ ਇੰਨਾ ਜ਼ਿਆਦਾ ਅੱਛਾ ਲਾਈਫ ਸਟਾਈਲ ਕ੍ਰੀਏਟ ਕਰ ਸਕਦਾ ਕਿ ਡੈਵਿਲ ਵੀ ਮੇਰੇ ਤੋਂ ਜੈਲਸ ਹੋਵੇ, ਉਹ ਵੀ ਹਾਰ ਜਾਵੇ। ਠੀਕ ਹੈ ਜੀ। ਔਰ ਇੰਨਾ ਘਮੰਡ ਹੁੰਦਾ ਇਹਨੂੰ ਆਪਣੇ ਆਪ ਤੇ ਕਿ ਉਧਰੋਂ ਡੈਵਿਲ ਜੋ ਇੱਕ ਕੋਨੇ ਦੇ ਵਿੱਚ ਹੁੰਦਾ ਏ, ਡੈਵਿਲ ਯਾਨੀ ਕਿ ਸ਼ੈਤਾਨ। ਤੁਸੀਂ ਅਕਸਰ ਸੁਣਿਆ ਹੋਏਗਾ ਕਿ ਜੋ ਬੰਦੇ ਦੇ ਅੰਦਰ ਘਮੰਡ ਹੈ ਤਾਂ ਸ਼ੈਤਾਨ ਉਸ ਤੇ ਜ਼ਿਆਦਾ ਹਾਵੀ ਹੁੰਦਾ ਹੈ। ਤਾਂ ਡੈਵਿਲ ਕੀ ਹੈ, ਉਸ ਨੂੰ ਉਸ ਦੀਆਂ ਗੱਲਾਂ ਨੂੰ ਸੁਣ ਰਿਹਾ ਹੁੰਦਾ ਏ, ਉਸ ਦੇ ਅੰਦਰ ਜੋ ਵੀ ਚੱਲ ਰਿਹਾ ਹੁੰਦਾ ਹੈ ਉਹ ਉਸ ਤੋਂ ਨੋਨ ਹੋ ਜਾਂਦਾ ਹੈ। ਤੇ ਹੁਣ ਕਿਉਂਕਿ ਉਹਨੇ ਡੈਵਿਲ ਨੂੰ ਚੈਲੰਜ ਕੀਤਾ, ਇਸ ਲਈ ਉਹ ਕੀ ਹੈ, ਪਾਹੋਮ ਨੂੰ ਉਸ ਦੀ ਜੋ ਡਿਜ਼ਾਇਰ ਹੈ ਪੂਰੀ ਕਰਕੇ ਫਿਰ ਉਸ ਤੋਂ ਛੀਨ ਕੇ ਬਦਲਾ ਲਏਗਾ ਪਾਹੋਮ ਤੋਂ। ਠੀਕ ਹੈ ਜੀ। ਉਹ ਕਿੱਦਾਂ ਕਿ ਉਹਨੂੰ ਦੇ ਵੀ ਦੇਗਾ ਸਾਰਾ ਕੁਝ ਤੇ ਐਂਡ 'ਚ ਉਹਨੂੰ ਮਿਲੇਗਾ ਵੀ ਕੁਝ ਨਹੀਂ। ਦੇਖੀਏ ਕਿੱਦਾਂ। ਹਾਂਜੀ, ਤੋਂ ਅੱਗੇ ਕੀ ਹੁੰਦਾ, ਪਾਹੋਮ ਨਿਕਲ ਜਾਂਦਾ ਆਪਣੀ ਲੈਂਡ ਦੀ ਜੋ ਡਿਜ਼ਾਇਰ ਹੈ ਕਿ ਮੇਰੇ ਕੋਲ ਇਨਫ ਲੈਂਡ ਹੋਵੇ, ਆਈ ਨੀਡ ਮੋਰ ਐਂਡ ਮੋਰ ਲੈਂਡ। ਤੋ ਉਸ ਵਕਤ ਉਹਨੇ ਸੁਣਿਆ ਹੁੰਦਾ ਕਿ ਇੱਕ ਲੇਡੀ ਹੈ ਵਿਲੇਜ ਦੇ ਵਿੱਚ ਜੋ ਕਿ ਆਪਣੀ ਲੈਂਡ ਨੂੰ ਸੈਲ ਕਰ ਰਹੀ ਹੈ। ਉਹ ਕੀ ਹੈ, 300 ਏਕੜ ਆਪਣੀ ਜ਼ਮੀਨ ਵੇਚ ਰਹੀ ਹੁੰਦੀ ਹੈ ਤੇ ਅਲੱਗ-ਅਲੱਗ ਪੀਜ਼ਨਸ ਜੋ ਫਾਰਮਰਸ ਹੈ ਵਿਲੇਜ ਦੇ, ਉਹ ਉਸ ਤੋਂ ਥੋੜੇ ਥੋੜੇ ਟੁਕੜੇ ਜਿੰਨਾ ਉਹਨਾਂ ਨੂੰ ਨੀਡ ਹੁੰਦੀ ਹੈ ਉਹ ਖਰੀਦਦੇ ਨੇ, ਹਰ ਕੋਈ ਖਰੀਦਦਾ ਤੇ ਪਾਹੋਮ ਵੀ ਉਸ ਤੋਂ ਆਪਣੀ ਲਈ ਕੁਝ ਵੀ ਲੈਂਡ ਦਾ ਪੀਸ ਖਰੀਦਦਾ ਏ। ਤੇ ਉਹ ਕਿੱਦਾਂ, ਉਹ ਕੁਝ ਪੈਸੇ ਦੇ ਦਿੰਦਾ ਤੇ ਕੁਝ ਬਾਅਦ ਵਿੱਚ ਪੇ ਕਰਨ ਲਈ ਉਹਨੂੰ ਮਨਾ ਲੈਂਦਾ। ਤਾਂ ਇਦਾਂ ਉਹ ਜਿਹਨੂੰ ਆਪਾਂ ਕਹਿ ਦਈਏ ਕਿ ਕਿਸ਼ਤਾਂ ਦੇ ਉੱਪਰ ਉਹ ਜ਼ਮੀਨ ਉੱਥੋਂ ਬਾਏ ਕਰ ਲੈਂਦਾ ਤੇ ਇਦਾਂ ਉਹ 40 ਏਕੜ 40 ਏਕੜਸ ਆਫ ਜੋ ਲੈਂਡ ਹੈ ਐਕਸਟਰਾ ਗੇਨ ਕਰ ਲੈਂਦਾ। ਤੋ ਇਦਾਂ ਉਹਦੇ ਕੋਲ ਬਹੁਤ ਜ਼ਿਆਦਾ ਲੈਂਡ ਹੋ ਜਾਂਦੀ ਹੈ, ਕਾਫੀ ਜ਼ਿਆਦਾ ਰਿਚ ਹੋ ਜਾਂਦਾ। ਰਿਚ ਮਤਲਬ ਇੰਨੀ ਜ਼ਿਆਦਾ ਮਿਹਨਤ ਕਰਦਾ, ਲੈਂਡ ਕਦੀ ਕੁਝ ਨਹੀਂ ਉਹਨੂੰ ਦੇ ਸਕਦੀ, ਉਸ ਤੇ ਉਹ ਫਾਰਮਿੰਗ ਕਰਦਾ, ਐਗਰੀਕਲਚਰ ਕਰਦਾ ਔਰ ਕਾਫੀ ਜ਼ਿਆਦਾ ਮਨੀ ਕਮਾਉਂਦਾ ਹੈ। ਤਾਂ ਇਦਾਂ ਉਸ ਦੇ ਵਿੱਚ ਜਿੰਨਾ ਉਹਦੇ ਕੋਲ ਪੈਸਾ ਆਉਂਦਾ ਹੈ, ਘਮੰਡ ਵੀ, ਪ੍ਰਾਊਡ ਵੀ ਵੱਧਦਾ ਜਾਂਦਾ। ਤਾਂ ਇਸ ਦੇ ਨਾਲ ਕੀ ਹੈ, ਆਪਣੇ ਨੇਬਰਸ ਦੇ ਨਾਲ ਵੀ ਉਹਨੇ ਝਗੜਨਾ ਸ਼ੁਰੂ ਕਰਤਾ। ਈਵਨ ਕੋਰਟ ਤੱਕ ਵੀ ਗੱਲ ਚਲੀ ਗਈ। ਉਹ ਇੱਕ ਨੇਬਰ ਤੇ ਉਸਨੇ ਕੇਸ ਕਰਤਾ ਡਿਊ ਟੂ ਸਮ ਰੀਜ਼ਨਸ ਜੋ ਉੱਥੇ ਸੋਲਵ ਹੋ ਸਕਦੇ ਸੀ, ਪਰ ਨਹੀਂ, ਆਪਣੇ ਪ੍ਰਾਈਡ ਦੇ ਚਲਦੇ, ਆਪਣੇ ਘਮੰਡ ਦੇ ਚਲਦੇ ਉਹਨੇ ਉਹਨੂੰ ਕੋਰਟ ਤੱਕ ਖਿੱਚ ਲਿਆ। ਤੋ ਅੱਗੇ ਕੀ ਹੁੰਦਾ, ਨੇਬਰਸ ਨਾਲ ਅੱਛੇ ਰਿਲੇਸ਼ਨਸ ਨਾ ਹੋਣ ਕਰਕੇ ਉਹ ਉੱਥੋਂ ਨਿਕਲਣਾ ਚਾਹੁੰਦਾ ਤੇ
ਓਕੇਜਨਲੀ ਉਹਨੂੰ ਇੱਕ ਮੈਸੇਜ ਇੱਦਾਂ ਦਾ ਮਿਲਦਾ ਹੈ ਕਿ ਵੋਲਗਾ ਰਿਵਰ ਜੋ ਉੱਥੇ ਰਿਵਰ ਹੈ, ਉੱਥੇ ਉਸਦੇ ਅਰਾਊਂਡ ਜੋ ਲੈਂਡ ਹੈ ਉਹ ਬਹੁਤ ਜ਼ਿਆਦਾ ਉਪਜਾਊ ਹੈ, ਤੇ ਵੋਲਗਾ ਰਿਵਰ ਤੇ ਜੋ ਸ਼ਿਫਟ ਕਰਦਾ ਹੈ ਉਸ ਏਰੀਆ ਦੇ ਵਿੱਚ ਸ਼ਿਫਟ ਕਰਦਾ ਹੈ, ਤਾਂ ਹਰ ਸ਼ਿਫਟ ਕਰਨ ਵਾਲੇ ਨੂੰ ਪਰ ਪਰਸਨ 25 ਏਕੜ ਲੈਂਡ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ। ਸਕੀਮ ਹੈ ਇਹ। ਤਾਂ ਉਸਨੇ ਸੋਚਿਆ ਮੇਰੀ ਫੈਮਿਲੀ ਵਿੱਚ ਤਾਂ 5 ਮੈਂਬਰਸ ਹੈ, ਤਾਂ ਉਹ ਵੀ ਕੀ ਹੈ ਵੋਲਗਾ ਰਿਵਰ ਦੀ ਸਾਈਡ ਤੇ ਸ਼ਿਫਟ ਹੋ ਜਾਂਦਾ ਆਪਣੇ 5 ਮੈਂਬਰਸ ਨੂੰ ਲੈ ਕੇ, ਐਂਡ ਉਹਨੂੰ 5 ਮਲਟੀਪਲਾਈ ਬਾਏ 25 125 ਲੈਂਡ ਨਿਊ ਲੈਂਡ ਮਿਲ ਜਾਂਦੀ ਹੈ, ਔਰ ਉਹ ਬਹੁਤ ਹੈਪੀ ਹੁੰਦਾ ਹੈ ਕਿਉਂਕਿ 10 ਗੁਣਾ ਜ਼ਿਆਦਾ ਹੁੰਦੀ ਹੈ ਜੋ ਉਸ ਕੋਲ ਹੁਣ ਤੱਕ ਸੀ। ਠੀਕ ਹੈ ਜੀ। ਤਾਂ ਇਦਾਂ ਕੀ ਹੈ ਉਹ ਕਾਫੀ ਜ਼ਿਆਦਾ ਰਿਚ ਹੋ ਜਾਂਦਾ ਹੈ, ਓਨਾ ਹੀ ਉਹਦਾ ਘਮੰਡ ਵੱਧਦਾ ਜਾਂਦਾ ਹੈ, ਓਨਾ ਹੀ ਉਹਦੀ ਗਰੀਡ ਵਧੀ ਜਾਂਦੀ ਹੈ। ਜ਼ਿਆਦਾ ਜਿੰਨਾ ਆਏਗਾ ਤੁਹਾਡੇ ਕੋਲੇ, ਅਗਰ ਤੁਸੀਂ ਘਮੰਡ ਦੇ ਵਿੱਚ ਚਲੇ ਗਏ ਤਾਂ ਤੁਹਾਡੀ ਗਰੀਡ ਲਾਲਸਾ ਵੀ ਵਧੀ ਜਾਊਗੀ ਕਿ ਹੋਰ ਮਤਲਬ ਹੋਰ ਆਈ ਜਾਵੇ ਸਾਡੇ ਕੋਲ। ਇਸੇ ਤਰ੍ਹਾਂ ਪਾਖੋਮ ਨਾਲ ਹੁੰਦਾ ਹੈ, ਹੁਣ ਉਹਦੀ ਗਰੀਡ ਹੋਰ ਜ਼ਿਆਦਾ ਵੱਧ ਜਾਂਦੀ ਹੈ, ਐਂਡ ਫਿਰ ਇੱਕ ਪਲ ਖੁਸ਼ ਹੋਣ ਤੋਂ ਬਾਅਦ ਉਹ ਫਿਰ ਸੈਟਿਸਫਾਈ ਨਹੀਂ ਰਹਿੰਦਾ, ਫਿਰ ਕਹਿੰਦਾ ਆਈ ਵਾਂਟ ਮੋਰ ਲੈਂਡ। ਤੋ ਹੋਰ ਦੀ ਚਾਹਨਾ ਉਹਦੇ ਅੰਦਰ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਫਿਰ ਤੋਂ ਨਿਊ ਲੈਂਡ ਜ਼ਿਆਦਾ ਤੋਂ ਜ਼ਿਆਦਾ ਲੈਂਡ ਲੈਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਤੋਂ ਵੀ ਮਿਲ ਜਾਵੇ। ਫਿਰ ਉਸਦੇ ਕੋਲ ਅਚਾਨਕ ਹੀ ਉਹਨੂੰ ਮੌਕੇ ਵੀ ਮਿਲਦੇ ਰਹਿੰਦੇ ਨੇ। ਇਸੇ ਤਰ੍ਹਾਂ ਉੱਥੇ ਕੁਝ ਟਾਈਮ ਕੱਢਦਾ ਏ ਕਿ ਇੱਕ ਦਿਨ ਉਸਦਾ ਇੱਕ ਮੇਲ ਹੁੰਦਾ ਹੈ, ਹੀ ਮੈਟ ਵਿਦ ਅ ਟ੍ਰੇਡਰ। ਇੱਕ ਟ੍ਰੇਡਰ ਆਂਦਾ ਹੈ ਜੋ ਉਸਦੇ ਘਰ, ਜੋ ਉਸਨੂੰ ਬਸ਼ਕਿਰਸ, ਜੋ ਕਿ ਐਸੇ ਲੋਕ ਨੇ ਏਸ਼ੀਆ ਵਾਲੀ ਸਾਈਡ ਮੰਨੇ ਜਾਂਦੇ ਨੇ। ਠੀਕ ਹੈ ਜੀ। ਬਸ਼ਕਿਰਸ ਉਹਨਾਂ ਨੂੰ ਕਿਹਾ ਜਾਂਦਾ, ਕਬੀਲਾ ਟਾਈਪ ਲੋਕ ਨੇ, ਬੜੇ ਲੇਜ਼ੀ ਜਿਹੇ ਮੰਨੇ ਜਾਂਦੇ ਨੇ, ਪਰ ਉਹਨਾਂ ਕੋਲ ਇੰਨੀ ਲੈਂਡ ਹੈ ਕਿ ਕੌਡੀਆਂ ਦੇ ਭਾਅ ਉਹ ਲੈਂਡ ਦੇ ਦਿੰਦੇ ਨੇ। ਤੋ ਇਹ ਜੋ ਟ੍ਰੇਡਰ ਹੁੰਦਾ ਹੈ ਮਿਲਦਾ ਏ ਪਾਖੋਮ ਨੂੰ, ਉਹ ਦੱਸਦਾ ਕਿ ਮੈਨੇ ਉਹਨਾਂ ਬਾਰੇ ਸੁਣਿਆ ਉੱਥੇ ਪੈਨੀਜ਼ ਦੇ ਬਦਲੇ ਵੀ ਤੁਹਾਨੂੰ ਬਹੁਤ ਇਨਫ ਲੈਂਡ ਮਿਲ ਜਾਂਦੀ ਹੈ। ਮੈਨੇ ਸੁਣਿਆ ਉਹਨਾਂ ਨੇ 1000 ਰੂਬਲ ਦੇ ਵਿੱਚ, ਸਿਰਫ 1000 ਰੂਬਲ ਦੇ ਵਿੱਚ 1300 ਏਕੜ ਲੈਂਡ ਸੇਲ ਕੀਤੀ ਹੈ। ਤੋ ਇੰਨੀ ਘੱਟ ਪ੍ਰਾਈਸ ਦੇ ਵਿੱਚ ਲੈਂਡ ਮਿਲਦੀ ਤਾਂ ਪਾਖੋਮ ਲਈ ਤਾਂ ਇਹ ਇੱਕ ਮੌਕਾ ਸੀ। ਹੀ ਵਾਂਟ ਟੂ ਨੋ ਮੋਰ ਐਂਡ ਮੋਰ ਅਬਾਊਟ ਬਸ਼ਕਿਰਸ। ਤਾਂ ਉਸਨੇ ਕੀ ਕੀਤਾ, ਸਭ ਕੁਝ ਜਾਣਨ ਤੋਂ ਬਾਅਦ ਚੱਲ ਪਿਆ ਬਸ਼ਕਿਰਸ ਦੀ ਤਰਫ, ਔਰ ਬਸ਼ਕਿਰਸ ਦੀ ਤਰਫ ਜਾਂਦਾ ਹੋਇਆ ਉਹਨਾਂ ਲਈ ਉਹ ਗਿਫਟਸ ਵੀ ਲੈ ਕੇ ਗਿਆ, ਕਿਉਂਕਿ ਉਹਨੇ ਸੁਣਿਆ ਸੀ ਕਿ ਉਹਨਾਂ ਨੂੰ ਬਸ ਖੁਸ਼ ਕਰਨਾ ਹੈ ਤੁਸੀਂ, ਕੁਝ ਗਿਫਟਸ ਦੇ ਕੇ, ਜਿਹਦੇ ਵਿੱਚ ਵਾਈਨ ਲਾਈਕ ਕੁਝ ਚੀਜ਼ਾਂ ਆਉਂਦੀਆਂ ਨੇ। ਤੋ ਇਦਾਂ ਦੀਆਂ ਗਿਫਟਸ ਲੈ ਕੇ ਉਹ ਬਸ਼ਕਿਰਸ ਦੇ ਕੋਲ ਪਹੁੰਚ ਜਾਂਦਾ ਹੈ। ਬਸ਼ਕਿਰਸ ਉਹਨੂੰ ਮਿਲਦੇ ਨੇ, ਬਹੁਤ ਖੁਸ਼ ਹੁੰਦੇ ਨੇ, ਕਾਫੀ ਜ਼ਿਆਦਾ ਉਹਦੀ ਵੈਲਕਮ ਵੀ ਕਰਦੇ ਨੇ, ਪਰ ਉਹ ਕਹਿੰਦੇ ਨੇ ਕਿ ਜੀ ਹੋਰ ਜੋ ਵੀ ਗੱਲ ਕਰਨੀ ਹੈ ਸਾਡੇ ਚੀਫ ਨੂੰ ਮਿਲ ਕੇ ਕਰਨਾ ਜੀ, ਕਿਉਂਕਿ ਉਹ ਉਹਨਾਂ ਨੂੰ ਦੱਸ ਦਿੰਦਾ ਕਿ ਆਈ ਵਾਂਟ ਟੂ ਹਾਇਰ ਟੂ ਬਾਏ ਲੈਂਡ ਹੇਅਰ। ਤੋ ਰੀਵਰ ਦੇ ਕਿਨਾਰੇ ਉੱਥੇ ਉਹ ਬਸ਼ਕਿਰਸ ਤੋਂ ਲੈਂਡ ਲੈਣੀ ਚਾਹੁੰਦਾ ਹੈ, ਖਰੀਦਣੀ ਚਾਹੁੰਦਾ ਹੈ। ਤੋ ਉਹ ਕਹਿੰਦੇ ਨੇ ਯੂ ਹੈਵ ਟੂ ਵੇਟ ਐਂਡ ਮੈਟ ਅ ਚੀਫ। ਠੀਕ ਹੈ। ਤੋ ਇਸ ਬਾਰੇ ਵਿੱਚ ਤੈਨੂੰ ਵੇਟ ਕਰਨਾ ਪਏਗਾ ਤੇ ਤੈਨੂੰ ਮੀਟ ਰੱਖਣੀ ਪਏਗੀ ਸਾਡੇ ਚੀਫ ਦੇ ਨਾਲ। ਇੰਨੇ ਨੂੰ ਚੀਫ ਆ ਜਾਂਦੇ ਨੇ ਤੇ ਦੋਨਾਂ ਦੀ ਗੱਲਬਾਤ ਹੁੰਦੀ ਹੈ। ਤਾਂ ਚੀਫ ਕੀ ਕਹਿੰਦਾ ਹੈ ਕਿ ਸਾਡਾ ਤਾਂ ਇੱਕੋ ਪ੍ਰਾਈਸ ਹੈ, ਆਈ ਵਿਲ ਗਿਵ ਯੂ ਲੈਂਡ। ਠੀਕ ਹੈ ਜੀ। ਲੈਂਡ ਤੂੰ ਲੈ ਸਕਦਾ ਹੈ, ਪਰ ਜਦੋਂ ਉਹ ਪੁੱਛਦਾ ਹੈ ਕਿ ਲੈਂਡ ਦਾ ਪ੍ਰਾਈਸ ਕੀ ਹੈ, ਉਹ ਕਹਿੰਦਾ ਵੀ ਆਰ ਹੈਵਿੰਗ ਸੇਮ ਰੇਟ ਫॉर all days 1000 ਰੂਬਲ ਪਰ ਡੇ। ਉਹ ਕਹਿੰਦੇ ਕਿ ਇਹ ਕਿਦਾਂ ਦਾ ਰੇਟ ਹੋਇਆ, ਵੀ ਏਕੜ ਕਿੰਨੇ ਆਣਗੇ। ਕਹਿੰਦੇ ਸਾਨੂੰ ਉਹ ਨਹੀਂ ਮਿਲਨੇ ਆਂਦੇ ਕਿੰਨੇ ਏਕੜ ਨੇ, ਬਸ ਸਾਨੂੰ ਐ ਪਤਾ ਜਿੱਥੋਂ ਸਟਾਰਟਿੰਗ ਪੁਆਇੰਟ ਤੁਸੀਂ ਰੱਖਿਆ ਉੱਥੋਂ ਚੱਲ ਕੇ ਸੂਰਜ ਚੜ੍ਹਦੇ ਹੀ ਚੱਲਣਾ ਤੁਸੀਂ, ਤੇ ਸੂਰਜ ਡੁੱਬਦੇ ਤੱਕ ਅਗਰ ਤੁਸੀਂ ਉਹੀ ਪੁਆਇੰਟ ਤੇ ਵਾਪਿਸ ਆ ਗਏ ਇੱਕ ਦਿਨ ਦੇ ਵਿੱਚ, ਤਾਂ ਉਹ ਸਾਰੀ ਲੈਂਡ ਤੁਹਾਡੀ, ਜਿੰਨਾ ਵੀ ਤੁਸੀਂ ਕਵਰ ਕਰੋਗੇ। ਵੀ ਡੋਂਟ ਨੋ ਅਬਾਊਟ ਦਾ ਏਕਰਸ। तो
तो पर डे ਤੁਸੀਂ ਚੱਲ ਕੇ ਸਟਾਰਟਿੰਗ ਪੁਆਇੰਟ ਤੋਂ ਐਂਡਿੰਗ ਪੁਆਇੰਟ ਤੱਕ ਸਨਰਾਈਜ਼ ਤੋਂ ਲੈ ਕੇ ਸਨਸੈਟ ਤੱਕ ਜਿੰਨਾ ਕਵਰ ਕਰ ਲੋਗੇ 1000 ਰੂਬਲ ਸਾਨੂੰ ਦੇ ਕੇ ਉਹ ਲੈਂਡ ਤੁਹਾਡੀ। ਅਗਰ ਤੁਸੀਂ ਸਟਾਰਟਿੰਗ ਪੁਆਇੰਟ ਤੇ ਵਾਪਿਸ ਨਾ ਆ ਸਕੇ ਸਨਸੈਟ ਤੱਕ ਤਾਂ ਫਿਰ ਕੀ ਹੈ, ਲੈਂਡ ਲਈ ਜੋ ਪੈਸੇ ਦਿੱਤੇ ਤੁਸੀਂ ਉਹ ਸਾਰੇ ਵੇਸਟ। ਤਾਂ ਡੀਲ ਹੋ ਜਾਂਦੀ ਹੈ, ਬੜਾ ਹੀ ਐਕਸਾਈਟਡ ਹੁੰਦਾ ਹੈ बशकीर से नाल अपना पखोम कि मैं तो कर लूँगा सब कुछ, और बड़ी ही एक्साइटमेंट दे विच ਉਹ डिसीजन ਲੈ ਲੈਂਦਾ, हाँ कर ਦਿੰਦਾ कि मैं ਚੱਲੂँਗਾ, मैं मॉर्निंग ही अपना चलना स्टार्ट कर दूँगा, आई वॉन्ट टू बाई लैंड हेयर। तो नाइट विच ਉਹ ਇੱਕ ਡ੍ਰੀਮ ਦੇਖਦਾ ਹੈ, ਜਦ ਪਹਿਲਾਂ ਤਾਂ ਉਹਨੂੰ ਨੀਂਦ ਨਹੀਂ ਆਉਂਦੀ ਇਸ ਖੁਸ਼ੀ ਦੇ ਵਿੱਚ ਕਿ ਮੇਰੇ ਕੋਲ ਮੌਕਾ ਵੱਧ ਤੋਂ ਵੱਧ ਲੈਂਡ ਗੇਨ ਕਰਨ ਦਾ, ਪਰ ਜਦੋਂ ਉਹ ਸੁੱਤਾ ਪੈਂਦਾ ਤਾਂ ਉਹਨੂੰ ਇੱਕ ਬੜਾ ਹੀ ਭਿਆਨਕ ਡ੍ਰੀਮ ਆਉਂਦਾ ਹੈ ਜਿਸ ਦੇ ਵਿੱਚ ਉਹ ਇੱਕ ਲਾਸ਼ ਦੇਖਦਾ। ਲਾਸ਼ ਜਦੋਂ ਦੇਖਦਾ ਉਹ ਉਸਦੀ ਆਪਣੀ ਹੁੰਦੀ ਹੈ ਤੇ ਉਹ ਜੋ ਬਸ਼ਕਿਰਸ ਖੜੇ ਹੁੰਦੇ ਨੇ ਤਿੰਨ ਵਿੱਚ ਕਨਵਰਟ ਹੋ ਕੇ ਉਸ ਤੇ ਹੱਸ ਰਹੇ ਹੁੰਦੇ ਨੇ। ਇੰਨਾ ਭਿਆਨਕ ਸੁਪਨਾ ਦੇਖ ਕੇ ਉਹ ਡਰ ਜਾਂਦਾ ਤੇ ਇੱਕਦਮ ਉੱਠ ਜਾਂਦਾ। ਬਹਰਹਾਲ ਜਦੋਂ ਮਾਰਨਿੰਗ ਹੁੰਦੀ ਹੈ ਤਾਂ ਉਹ ਕੀ ਹੈ, ਫਿਰ ਤੋਂ ਜਾਗ ਜਾਂਦਾ, ਐਕਸਾਈਟਮੈਂਟ ਦੇ ਵਿੱਚ ਸਟਾਰਟ ਹੋ ਜਾਂਦਾ ਤੇ ਸਟਾਰਟਿੰਗ ਪੁਆਇੰਟ ਬਣਾਇਆ ਜਾਂਦਾ ਚੀਫ ਦੀ ਇੱਕ ਫਰ ਕੈਪ ਦੇ ਨਾਲ। The chief took off his fox fur cap, placed it on the ground and said, "This will be the mark." ਕਹਿੰਦੇ ਇਹ ਤੇਰਾ ਸਟਾਰਟਿੰਗ ਪੁਆਇੰਟ ਹੈ। ਉਹ ਆਪਣੀ ਕੈਪ ਉਤਾਰ ਕੇ ਇੱਕ ਜਗ੍ਹਾ ਰੱਖ ਦਿੰਦਾ, ਤੇਰਾ ਸਟਾਰਟਿੰਗ ਪੁਆਇੰਟ ਹੈ, ਠੀਕ ਹੈ, ਮਾਰਕ ਹੈ ਇਹ ਇੱਕ। ਸਟਾਰਟ ਫਰੋਮ ਹੇਅਰ ਐਂਡ ਰਿਟਰਨ ਹੇਅਰ ਅਗੇਨ, ਤੈਨੇ ਇੱਥੋਂ ਹੀ ਚੱਲਣਾ ਤੇ ਇੱਥੇ ਹੀ ਵਾਪਿਸ ਆਣਾ ਸਨਸੈਟ ਤੱਕ। तो इस तरह की है, all the land you go round shall be yours। ਕਹਿੰਦਾ ਸਾਰੀ ਲੈਂਡ ਜੋ ਤੂੰ ਕਵਰ ਕਰੇਗਾ ਇੱਕ ਦਿਨ ਦੇ ਵਿੱਚ ਉਹ ਤੇਰੀ ਹੋ ਜੂਗੀ। ਪਾਖੋਮ took out his money and put it on the cap। ਪਾਖੋਮ ਵੀ ਕੀ ਕਰਦਾ, ਖੁਸ਼ ਹੋ ਜਾਂਦਾ ਹੈ ਬਹੁਤ ਜ਼ਿਆਦਾ ਕਿ ਵਾਓ what an opportunity, ਕਿ ਕਿੰਨਾ ਵਧੀਆ ਮੌਕਾ ਮੇਰੇ ਕੋਲੇ। ਤੇ ਖੁਸ਼ੀ ਦੇ ਵਿੱਚ ਸਾਰੀ ਮਨੀ ਜੋ 1000 ਰੂਬਲਸ ਹੈ ਉਹ ਕੀ ਹੈ ਕੈਪ ਦੇ ਵਿੱਚ ਪਾ ਦਿੰਦਾ, ਉਹ ਜੋ ਸਟਾਰਟਿੰਗ ਪੁਆਇੰਟ ਤੇ ਰੱਖੀ ਜਾਂਦੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਪਾਖੋਮ ਨੇ ਚੱਲਣਾ ਸਟਾਰਟ ਕੀਤਾ। he run and goes a lot on the land। ਜਾਂਦਾ ਰਿਹਾ, he is moving, ਚੱਲਦਾ ਰਹਿੰਦਾ ਸੀ, ਚੱਲਦਾ ਰਿਹਾ ਉਹ ਉਸ ਵਕਤ ਇੰਨਾ ਜ਼ਿਆਦਾ ਚੱਲਿਆ ਕਿ ਉਹ ਥੱਕ ਵੀ ਗਿਆ ਰਸਤੇ ਦੇ ਵਿੱਚ, ਫਿਰ ਵੀ ਰੁਕਿਆ ਨਹੀਂ ਕਿਉਂਕਿ ਅੰਦਰ ਇੱਕ ਲਾਲਚ ਦੀ ਜੋ ਗਰੀਡ ਦੀ ਐਕਸਾਈਟਮੈਂਟ ਆਈ ਹੋਈ ਸੀ ਨਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਗੇਨ ਕਰ ਲਾਂ, ਉਹਨੇ ਉਹਨੂੰ ਰੁਕਣ ਨਹੀਂ ਦਿੱਤਾ। ਉਹ ਚੱਲਦਾ ਰਿਹਾ, ਸ਼ਾਮ ਢਲਣ ਵਾਲੀ ਹੋ ਗਈ, ਕਿਵੇਂ ਨਾ ਕਿਵੇਂ ਇੰਨਾ ਥੱਕ ਚੁੱਕਿਆ ਸੀ ਉਹ ਸਟਾਰਟਿੰਗ ਪੁਆਇੰਟ ਤੇ ਪਹੁੰਚਣ ਵਾਲਾ ਹੋ ਗਿਆ। ਜਿਵੇਂ ਦੇਖ ਹੀ ਸਕਦੇ ਹੋ ਤੁਸੀਂ ਪਿਕਚਰ ਦੇ ਵਿੱਚ ਕਿ ਬਸ਼ਕਿਰ ਦਾ ਜੋ ਚੀਫ ਹੈ ਉਹ ਬੈਠਾ ਹੈ ਔਰ ਉਹ ਪਹੁੰਚਣ ਵਾਲਾ ਹੈ, ਪਰ ਜਦੋਂ ਤੱਕ ਉਹ ਵਾਪਸ ਚੱਲ ਕੇ ਪਹੁੰਚਿਆ ਸ਼ਾਮ ਨੂੰ ਤਾਂ ਉਦੋਂ ਇੰਨਾ ਥੱਕ ਚੁੱਕਿਆ ਸੀ, ਉਹਦੇ ਪੈਰ ਕੱਟ ਚੁੱਕੇ ਸਨ ਤੇ ਉਹ ਆਂਦੇ ਹੀ ਜ਼ਮੀਨ ਦੇ ਉੱਤੇ ਉਹ ਕੈਪ ਦੇ ਕੋਲੇ ਮੁੱਦੇ ਮੂੰਹ ਗਿਰ ਗਿਆ। ਕਵਰ ਤੋਂ ਉਹਨੇ ਬਹੁਤ ਬੜਾ ਲੈਂਡ ਦਾ ਟੁਕੜਾ ਕਰ ਲਿਆ ਸੀ, ਪਰ ਇੰਨਾ ਕੁ ਜ਼ਿਆਦਾ ਟਾਇਰਡ ਹੋ ਗਿਆ ਸੀ ਕਿ ਉਸਦੀ ਬੋਡੀ 'ਚ ਜਾਨ ਨਹੀਂ ਰਹੀ ਔਰ ਜ਼ਖਮਾਂ ਨਾਲ ਉਹਦੀ ਬੋਡੀ ਖਤਮ ਹੋ ਰਹੀ ਸੀ। ਇੱਕਦਮ ਗਿਰ ਗਿਆ ਤੇ ਉੱਥੇ ਉਹਦੀ ਡੈਥ ਹੋ ਜਾਂਦੀ ਹੈ। ਤੇ ਜਦੋਂ ਡੈਥ ਹੋ ਜਾਂਦੀ ਹੈ ਉਹਨੂੰ ਉੱਥੇ ਹੀ ਉਸੀ ਲੈਂਡ ਦੇ ਉੱਪਰ ਪਾਖੋਮ ਨੂੰ ਕੀ ਹੈ ਦਫਨਾ ਦਿੱਤਾ ਜਾਂਦਾ ਹੈ। ਉਹਦੀ ਹੀ ਇੱਕ ਸਪੇਡ ਨਾਲ ਉਹਦੀ ਕਬਰ ਖੋਦ ਕੇ ਉਹਨੂੰ ਦਫਨਾ ਦਿੱਤਾ ਜਾਂਦਾ ਹੈ। ਐਂਡ ਦੈਟਸ ਦ ਮੀਨਿੰਗ ਗਿਵਨ ਬਾਏ ਲਿਓ ਟੋਲਸਟੋਏ, that is exactly the land a man needs in reality। 2 ਗਜ਼ ਜ਼ਮੀਨ ਹੈ ਜੋ ਇੱਕ ਬੰਦੇ ਨੂੰ ਚਾਹੀਦੀ ਹੁੰਦੀ ਹੈ, ਨਥਿੰਗ ਐਲਸ। ਦੁਨੀਆ 'ਚ ਹੋਰ ਉਹ ਕੁਛ ਨਹੀਂ ਲੈ ਕੇ ਜਾਂਦਾ। ਸਾਰੀ ਸਟੋਰੀ ਦੇ ਥਰੂ ਉਹਨੇ ਇਹੀ ਸ਼ੋਅ ਕੀਤਾ ਕਿ ਆਪਾਂ ਨੂੰ ਲਾਲਚ ਦੇ ਵਿੱਚ ਜ਼ਮੀਨ ਦਾ ਟੁਕੜਾ, ਮਨੀ, ਬਹੁਤ ਕੁਛ ਚਾਹੀਦਾ ਹੁੰਦਾ। ਘਮੰਡ, ਲਾਲਚ ਐਸੀਆਂ ਚੀਜ਼ਾਂ ਨੇ ਜੋ ਆਪਣੇ ਤੇ ਸ਼ੈਤਾਨ ਹਾਵੀ ਕਰਦੀਆਂ ਨੇ, ਠੀਕ ਹੈ ਜੀ। ਪਰ ਐਗਜ਼ੈਕਟਲੀ ਆਪਾਂ ਨੂੰ ਸਿਰਫ 2 ਗਜ਼ ਜ਼ਮੀਨ ਹੀ ਚਾਹੀਦੀ ਹੈ। ਤਾਂ ਮੇਜਰ ਥੀਮਸ ਬੇਟਾ ਕੀ ਆਉਂਦੇ ਨੇ ਇਹਦੇ? ਤਾਂ ਮੇਜਰ ਥੀਮਸ ਦੀ ਗੱਲ ਕਰੀਏ ਤੁਸੀਂ ਆਪਣੀ ਬੇਸ ਤੇ ਹੋਰ ਵੀ ਬਹੁਤ ਨਿਕਾਲ ਸਕਦੇ ਹੋ। ਮੇਨਲੀ
ਕਰਪਟਿਵ ਪਾਵਰ ਆਫ ਗਰੀਡ ਦੀ ਜੋ ਭਾਵਨਾ ਹੈ ਬਹੁਤ ਕਰਪਟ ਹੁੰਦੀ ਹੈ। ਇੱਕ ਇਹ ਉਸ ਤੋਂ ਬਾਅਦ ਕੀ ਕਹਿੰਦਾ, ਦੋ ਮੈਨ ਇਜ਼ ਬਲੈਸਡ ਵਿਦ ਵਟ ਐਵਰ ਹੀ ਨੀਡ ਪੀਪਲ ਸੀਮ ਟੂ ਬੀ ਮੋਰ ਗਰੀਡੀ। ਕਹਿੰਦੇ ਨੋ ਡਾਊਟ ਕਿ ਬੰਦੇ ਨੂੰ ਹਰ ਚੀਜ਼ ਉਹ ਰੱਬ ਨੇ ਦਿੱਤੀ ਹੈ ਜਿਸ ਦੀ ਉਹਨੂੰ ਨੀਡ ਹੈ, ਪਰ ਲੋਕ ਕੀ ਨੇ ਫਿਰ ਵੀ ਉਹ ਬਹੁਤ ਗਰੀਡੀ ਨੇ, ਬਹੁਤ ਲਾਲਚੀ ਨੇ, ਤੇ ਇਹੀ ਲਾਲਚ ਉਹਨਾਂ ਦਾ ਐਂਡ ਦਾ ਕਾਰਨ ਬਣਦਾ ਹੈ। ਕਾਰਨ ਕਿ ਦ ਮੋਰ ਦੇ ਹੈਵ ਦ ਮੋਰ ਗਰੀਡੀਅਰ ਦੇ ਬਿਕਮ। ਜਿੰਨਾ ਉਹਨਾਂ ਕੋਲ ਹੈ ਮਿਲਦਾ ਜਾਂਦਾ ਉਹਨਾਂ ਨੂੰ ਲਾਈਫ ਦੇ ਵਿੱਚ, ਉਨਾ ਹੀ ਉਹ ਹੋਰ ਜ਼ਿਆਦਾ ਗਰੀਡੀ ਹੁੰਦੇ ਜਾਂਦੇ ਨੇ, ਹੋਰ ਜ਼ਿਆਦਾ ਲਾਲਚੀ। ਹੋਰ ਦੀ ਜੋ ਭਾਵਨਾ ਹੈ ਇਹ ਬੰਦੇ ਨੂੰ ਘਮੰਡ ਦੇ ਵਿੱਚ ਔਰ ਲਾਲਚ ਦੇ ਵਿੱਚ ਇੰਨਾ ਜ਼ਿਆਦਾ ਖਿੱਚ ਲੈਂਦੀ ਹੈ ਕਿ ਉਹਨੂੰ ਸਹੀ ਗਲਤ ਦੀ ਪਹਿਚਾਨ ਨਹੀਂ ਰਹਿੰਦੀ, ਤੇ ਸ਼ੈਤਾਨ ਉਹਨੂੰ ਆਪਣੇ ਜੰਗਲ 'ਚ ਲੈ ਲੈਂਦਾ ਹੈ। ਤੋ ਆਈ ਹੋਪ ਯੂ ਆਲ ਆਰ ਇੰਜੋਇੰਗ ਦਿਸ ਸਟੋਰੀ। ਬਹੁਤ ਮਜ਼ਾ ਆਇਆ ਹੋਏਗਾ ਤੁਹਾਨੂੰ, ਔਰ ਨਾਲ ਹੀ ਨਾਲ ਇੱਕ ਸਿੱਖੀ ਹੋਏਗੀ ਤੁਹਾਨੂੰ। ਦੇयर इज़ अ लर्निंग, अ ग्रेट लर्निंग ਕਿ ਜੋ ਵੀ ਤੁਹਾਨੂੰ ਪ੍ਰੋਵਾਈਡ ਕੀਤਾ ਗਿਆ, ਵਟ ਐਵਰ ਯੂ ਆਰ ਹੈਵਿੰਗ, ਬੀ ਕੰਟੈਂਟਡ। ਸਬਰ ਰੱਖੋ, ਟਾਈਮ ਦੇ ਨਾਲ ਮਿਲ ਜੇਗਾ ਸਭ ਕੁਝ, ਪਰ ਤੁਸੀਂ ਪ੍ਰਾਊਡ ਨਾ ਕਰੋ, ਗਰੀਡੀ ਨਾ ਬਣੋ। ਔਰ ਇਸ ਦੇ ਨਾਲ ਕੀ ਹੈ, ਆਪਣੇ ਆਪ ਤੇ ਕੰਟਰੋਲ, ਸੈਲਫ ਕੰਟਰੋਲ ਰੱਖੋ, ਔਰ ਜੋ ਵੀ ਗॉड ਨੇ ਤੁਹਾਨੂੰ ਪ੍ਰੋਵਾਈਡ ਕੀਤਾ ਉਸ 'ਚ ਖੁਸ਼ ਕਰੋ, ਐਂਡ ਬੀ ਥੈਂਕਫੁਲ ਟੂ ਗॉड। आई होप this story is clear to you. Thank you. Have a nice day.